ਸੋ ਸਾਧ ਸੰਗਤ ਜੀਓ, ਜੋ ਅੱਜ ਦੇ ਮਹੀਨੇ ਦੀ ਆਰੰਭਤਾ ਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ 12 ਮਾਹ ਦਾ ਉਪਦੇਸ਼ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਥਾਨਕਾ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਪਾਵਨ ਪਵਿੱਤਰ ਸਥਾਨ ਤੇ। ਇੱਕ ਦਿਨ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੀ 12 ਮਾਹ ਉਚਾਰਨ ਕੀਤਾ ਹੋਇਆ ਹੈ, ਕਈ ਵਾਰ ਪਾਠ ਕਰਦੇ ਹਾਂ, ਕਈ ਵਾਰ ਜਿਹੜੇ ਅਰਥ ਨੇ ਉਹ ਪਕੜ ਵਿੱਚ ਨਹੀਂ ਆਉਂਦੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ 12 ਮਾਹ ਬਖਸ਼ਿਸ਼ ਕੀਤਾ ਹੈ, ਆਪ ਰਹਿਮਤ ਕਰੋ, ਥੋੜੇ ਸਰਲ ਅਰਥਾਂ ਵਿੱਚ ਵੀ ਬਖਸ਼ਿਸ਼ ਕਰ ਦੇਵੋ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸ ਪਾਵਨ ਪਵਿੱਤਰ ਸਥਾਨ ਤੋਂ ਜਿੱਥੋਂ ਆਪਾਂ ਰੋਜ਼ਾਨਾ ਪਾਵਨ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਸਰਵਣ ਕਰਨੇ ਹਾਂ, ਸੱਚਖੰਡ ਸਾਹਿਬ ਤੋਂ, ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਉਥੇ ਇਹ ਪਾਵਨ ਪਵਿੱਤਰ 12 ਮਾਹ ਉਚਾਰਨ ਕੀਤਾ। ਮਹੀਨੇ 12 ਹਨ, ਜੋ ਪੌੜੀਆਂ ਹਨ, ਪੌੜੀਆਂ 14 ਪੌੜੀਆਂ ਹਨ। ਪਹਿਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ ਬੇਨਤੀ ਕੀਤੀ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ, ਮੇਲੋ ਰਾਮ 4 ਕੁੰਟ ਦਾ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਹੈ ਮੇਰੇ ਮਾਲਕ ਜੀ, ਅਸੀਂ ਹੁਣ ਆਪ ਜੀ ਦੀ ਸ਼ਾਮ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਫਲਗੁਣ ਦੇ ਇਸ ਪਾਵਨ ਪਵਿੱਤਰ ਮਹੀਨੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਉਪਦੇਸ਼, ਜੋ ਰਹਿਮਤ ਬਖਸ਼ੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿਹੜੀ ਬੇਨਤੀ ਪ੍ਰਾਰੰਭ ਵਾਲੇ ਮਹੀਨਿਆਂ ਵਿੱਚ ਇੱਕ ਜੀਵ ਰੂਪੀ ਇਸਤਰੀ ਨੇ ਕੀਤੀ ਸੀ, ਜਿਹੜੀ ਬੇਨਤੀ ਚੇਤ ਦੇ ਮਹੀਨੇ ਵਿੱਚ, ਜੇਠ ਹਾੜ ਦੇ ਮਹੀਨੇ ਵਿੱਚ ਜਿਹੜੀਆਂ ਬੇਨਤੀਆਂ ਕੀਤੀਆਂ ਸਨ, ਸਰਵਣ ਕਰੋਗੇ। ਗੁਰਮੁਖ ਜਨ ਜਗਿਆਸੂ ਜਨ ਪੌੜੀ ਦਰ ਪੌੜੀ ਚੜ੍ਹਦਾ ਹੋਇਆ ਹੁਣ ਫੱਗਣ ਦੇ ਮਹੀਨੇ ਤੱਕ ਪਹੁੰਚਿਆ ਹੈ। ਫਲਗੁਣ ਦੇ ਮਹੀਨੇ ਤੱਕ ਆਉਂਦਿਆਂ ਮਾਲਕ ਜੀ ਨੇ ਰਹਿਮਤ ਕੀਤੀ, ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਘਣਾ। ਉੱਥੇ ਬੇਨਤੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਕੀਤੀਆਂ ਸਨ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਹਿਰਦੇ ਵਿੱਚ ਪ੍ਰਗਟ ਹੋਵੋ, ਹਿਰਦੇ ਰੂਪੀ ਘਰ ਦੇ ਅੰਦਰ ਆਵੋ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੀਵ ਰੂਪੀ ਇਸਤਰੀ ਨੂੰ ਭਾਗ ਲਾਇਆ ਤੇ ਮਹਾਰਾਜ ਕਹਿੰਦੇ ਹੁਣ ਆਨੰਦ ਉਪਜਿਆ। ਫਲ ਗੁਣ ਆਨੰਦ ਉਪਾਰਜਣਾ। ਮਹਾਰਾਜ ਇਹ ਆਨੰਦ ਆਇਆ ਕਿਸ ਪ੍ਰਕਾਰ? ਹਰ ਸੱਜਣ ਪ੍ਰਗਟੇ ਆਏ। ਹਰੀ ਰੂਪੀ ਸੱਜਣ ਹਿਰਦੇ ਰੂਪੀ ਘਰ ਵਿੱਚ ਆ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਿਰਦੇ ਰੂਪੀ ਘਰ ਵਿੱਚ ਆਏ। ਕਦੇ ਪੜਿਓ ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਨੂੰ। ਬਾਬਾ ਕਬੀਰ ਸਾਹਿਬ ਬਚਨ ਕਰਦੇ ਨੇ, ਤਨ ਰੈਨੀ ਮਨ ਪੁਨਰਪ ਕਰਹੁ ਪਾਂਚੋ ਤਤ ਬਰਾਤੀ, RAM ਰਾਏ ਸਿਉ ਭਾਵਰ ਲੈਹੁ ਆਤਮ ਤੇ ਰੰਗ ਰਾਤੀ। ਗਾਓ ਗਾਓ ਰੀ ਦੁਲਹਣੀ ਮੰਗਲ ਚਾਰਾ, ਮੇਰਾ ਗ੍ਰਹਿ ਆਏ ਰਾਜਾ RAM ਪਤਾਰਾ। ਗਾਓ ਗਾਓ ਰੀ ਦੁਲਹਣੀ। ਜਿਵੇਂ ਵਿਆਹ ਵਾਲੇ ਘਰ ਦੇ ਅੰਦਰ ਗਾਉਣ ਬਿਠਾਇਆ ਗਿਆ, ਲੜਕੀ ਵਾਲੇ ਘਰ ਦੇ ਅੰਦਰ ਗਾਉਣ ਬਿਠਾਇਆ ਗਿਆ, ਖੁਸ਼ੀ ਦੇ ਗੀਤ ਗਾਏ ਗਏ। ਇੱਥੇ ਬਾਬਾ ਕਬੀਰ ਸਾਹਿਬ ਜੀਆਂ ਨੇ ਉਦਾਹਰਨ ਉਹ ਲਈ
ਕਿ ਉਸ ਪਰਿਪੂਰਨ ਪਰਮਾਤਮਾ ਨੇ ਹਿਰਦੇ ਰੂਪੀ ਘਰ ਵਿੱਚ ਆਉਣਾ ਹੈ। ਹੇ ਸਤ ਸੰਗਤ ਰੂਪੀ ਸਹੇਲਿਓ ਆਓ, ਉਹਨੂੰ ਜੀ ਆਇਆ ਆਖੀਏ। ਗਾਓ ਗਾਓ ਰੀ ਦੁਲਹਣੀ ਮੰਗਲ ਚਾਰਾ, ਮੇਰਾ ਗ੍ਰਹਿ ਆਏ ਰਾਜਾ ਰਾਮ ਪਧਾਰਾ। ਉਹ ਪਰਿਪੂਰਨ ਪਰਮਾਤਮਾ ਮੇਰੇ ਹਿਰਦੇ ਰੂਪੀ ਘਰ ਵਿੱਚ ਆਏ ਹਨ, ਹਿਰਦੇ ਰੂਪੀ ਘਰ ਵਿੱਚ ਆਏ ਹਨ। ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਉਹ ਹਰੀ ਰੂਪੀ ਸੱਜਣ ਹਿਰਦੇ ਰੂਪੀ ਘਰ ਵਿੱਚ ਅੱਜ ਆਏ ਹਨ। ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਤੇ ਫਿਰ ਮਿਲਾਇਆ ਕਿਹਨਾਂ ਨੇ? ਸੰਤ ਸਹਾਈ RAM ਕੇ, ਸਹਾਈ RAM ਕੇ। ਉਹਨਾਂ ਨੇ ਟੁੱਟਿਆਂ ਹੋਇਆਂ ਨੂੰ ਵੀ ਜੋੜ ਲਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤਾਂ ਕਉ ਮਤ ਕੋ ਨਿੰਦੋ, ਸੰਤ RAM ਹੈ ਏਕੋ। ਕਉ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ। ਕਹਿੰਦੇ ਉਹਨਾਂ ਨੇ ਜਿਹੜੇ ਆਪ ਜੁੜੇ ਹੋਏ ਸਨ ਭਾਈ, ਸਾਨੂੰ ਵੀ ਉਹਦੇ ਘਰ ਨਾਲ ਜੋੜ ਲਿਆ। ਸੰਤ ਸਹਾਈ RAM ਕੇ ਕਰ ਕਿਰਪਾ, ਬਖਸ਼ਿਸ਼ ਕਰਕੇ ਦਿਆ ਮਿਲਾਏ। ਸਾਨੂੰ ਵੀ ਉਹਦੇ ਘਰ ਨਾਲ ਟੁੱਟਿਆਂ ਹੋਇਆਂ ਨੂੰ ਜੋੜ ਦਿੱਤਾ ਉਹਨੇ। ਉਹਨਾਂ ਭਲੇ ਪੁਰਸ਼ਾਂ ਨੇ, ਉਹਨਾਂ ਸੰਤਾਂ ਨੇ ਸਾਨੂੰ ਵੀ ਉਸ ਮਾਲਕ ਜੀਆਂ ਦੇ ਘਰ ਦੇ ਨਾਲ ਹੁਣ ਜੋੜ ਦਿੱਤਾ ਹੈ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾ ਨਾਹੀ ਜਾਏ। ਇਹ ਭਾਈ ਹੁਣ ਦੁੱਖਾਂ ਦੀ ਥਾਂ ਕੋਈ ਨਹੀਂ, ਕਿਉਂਕਿ ਸਾਧ ਸੰਗਤ ਜੀਓ ਜਿਹੜਾ ਆਨੰਦ ਸ਼ਬਦ ਹੈ ਇਹਦਾ ਵਿਪਰੀਤ ਸ਼ਬਦ ਹੀ ਕੋਈ ਨਹੀਂ। ਜਨਮ ਦਾ ਉਲਟ ਸ਼ਬਦ ਹੈ ਮੌਤ, ਦੁੱਖ ਦਾ ਉਲਟ ਸ਼ਬਦ ਹੈ ਸੁਖ, ਤੇ ਇਸ ਆਨੰਦ ਦਾ ਕੋਈ ਉਲਟ ਸ਼ਬਦ ਵਿਪਰੀਤ ਸ਼ਬਦ ਹੀ ਨਹੀਂ ਹੈ। ਜਿਹਨੂੰ ਭਾਈ ਆਨੰਦ ਦੀ ਮਾਲਕ ਜੀ ਨੇ ਬਖਸ਼ਿਸ਼ ਕਰ ਦਿੱਤੀ, ਉਹ ਫਿਰ ਕੋਈ ਦੁਨਿਆਵੀ ਸੁੱਖਾਂ ਦੁੱਖਾਂ ਤੇ ਨਹੀਂ ਡੋਲਦੇ ਹਨ। ਉਹ ਤਾਂ ਤਤੀਆਂ ਤਵੀਆਂ ਦੇ ਉੱਪਰ ਵੀ ਬੈਠ ਕੇ ਤੇਰਾ ਕੀਆ ਮੀਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗਾ, ਇਹ ਗੀਤ ਗਾਉਂਦੇ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਇਹ ਆਨੰਦ ਪ੍ਰਗਟ ਹੋ ਗਿਆ। ਸੇਜ ਸੁਹਾਵੀ ਸਰਬ ਸੁਖ, ਹੈ ਭਾਈ ਹਿਰਦੇ ਰੂਪੀ ਘਰ ਦੇ ਅੰਦਰ ਪਰਿਪੂਰਨ ਪਰਮਾਤਮਾ ਜੀ ਪ੍ਰਗਟ ਹੋਏ। ਹੁਣ ਉਹ ਹਿਰਦੇ ਰੂਪੀ ਸੇਜਾ ਸੁਹਾਵਣੀ ਹੋਈ, ਸਾਰੇ ਸੁਖ ਆਏ, ਦੁੱਖਾਂ ਦੀ ਥਾਂ ਕੋਈ ਨਹੀਂ। ਇਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਜੀਵ ਰੂਪੀ ਇਸਤਰੀ ਦੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ। ਕਿਵੇਂ ਜੀ? ਵਰ ਪਾਇਆ ਹਰ ਰਾਏ। ਕਹਿੰਦੇ ਜੋੜ ਉਸ ਪਰਿਪੂਰਨ ਪਰਮਾਤਮਾ ਰੂਪੀ ਵਰ ਦੇ ਨਾਲ ਪੈ ਗਿਆ। ਨਾ ਉਹ ਮਰੈ ਨਾ ਠਾਗੇ ਜਾਹੇ। ਉਹ ਪਰਿਪੂਰਨ ਪਰਮਾਤਮਾ ਦੀ ਮੌਤ ਨਹੀਂ ਹੁੰਦੀ। ਐਸਾ ਵਰ, ਐਸਾ ਪਰਿਪੂਰਨ ਪਰਮਾਤਮਾ ਰੂਪੀ ਵਰ ਉਹਨਾਂ ਨਾਲ ਉਹ ਵਰੀਆਂ ਗਈਆਂ। ਇਛ ਪੁੰਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਐਸੇ ਦੇ ਨਾਲ ਉਹ ਪੱਲੇ ਨਾਲ ਮਾਲਕ ਜੀਆਂ ਦੇ ਪੱਲੇ ਸੰਗ ਉਹ ਜੁੜ ਗਈਆਂ। ਭਾਵੇਂ ਕਿ ਕਈ ਜਿਹੜੇ ਸ਼ਬਦ ਹਨ ਸਾਧ ਸੰਗਤ ਜੀਓ, ਜਿਵੇਂ ਆਨੰਦ ਕਾਰਜਾਂ ਦੇ ਉੱਪਰ ਆਪਾਂ ਪੜ੍ਹਨੇ ਹਾਂ, ਪੱਲੇ ਟੈਂਡੇ ਲਾਗੀ ਹੱਬੇ ਸਾਖ ਕੁੜਾਵੇ ਡਿਠੇ, ਤੋ ਪੱਲੇ ਟੈਂਡੇ ਲਾਗੀ। ਪਰ ਜਿਹੜੇ ਅੰਤਰੀਵ ਜਦੋਂ ਸਾਧ ਸੰਗਤ ਜੀਓ ਜਦੋਂ ਆਪਾਂ ਇਹਦੇ ਅਰਥ ਲਵਾਂਗੇ, ਪਰਿਪੂਰਨ ਪਰਮਾਤਮਾ ਜੀ ਦੇ ਨਾਲ ਜੋ ਜੀਵ ਰੂਪੀ ਇਸਤਰੀਆਂ ਜੁੜ ਗਈਆਂ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਇਉਂ ਬਖਸ਼ਿਸ਼ ਕਰਦੇ ਹਨ, ਫਰੀਦਾ ਜੇ ਜਾਣਾ ਲੜ ਛਿਜਨਾ, ਪੀੜੀ ਪਾਈ ਗੰਢ, ਤੈਂ ਜੇਵੜ ਮੈਂ ਨਾਹੇ ਕੋ ਸਭ ਜਗ ਡਿਠਾ ਹੰਡ। ਹੈ ਪਰਿਪੂਰਨ ਪਰਮਾਤਮਾ, ਹੁਣ ਮੇਰਾ ਜੋੜ ਆਪ ਜੀਆਂ ਦੇ ਨਾਲ ਪਿਆ ਹੈ। ਹੱਬੇ ਸਾਕ ਕੁੜਾਵੇ ਡਿਠੇ, ਵੇਖ ਲਿਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਜਗਤ ਦੇ ਰਿਸ਼ਤੇ ਵੇਖ ਲਏ,
ਹੁਣ ਰਿਸ਼ਤਾ ਇੱਕ ਪਰਿਪੂਰਨ ਪਰਮਾਤਮਾ ਆਪ ਜੀਆਂ ਦੇ ਨਾਮ ਦਾ ਹੈ। ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਟਾਂਡੇ ਲਾਗੀ, ਹੈ ਪਰਿਪੂਰਨ ਪਰਮਾਤਮਾ ਹੁਣ ਮੈਂ ਆਪ ਜੀਆਂ ਦੇ ਪੱਲੇ ਸੰਗ ਜੁੜੀ ਹਾਂ। ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ, ਹਰੀ ਰੂਪੀ ਵਰ ਜੋ ਮਿਲਿਆ, ਇਹ ਜਿਹੜੀ ਵੱਡੀ ਮੰਗ ਸੀ, ਵੱਡੀ ਅੰਦਰ ਦੀ ਇੱਛਾ ਸੀ, ਮਾਲਕ ਨੇ ਪੂਰੀ ਕੀਤੀ ਹੈ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਕੀ ਹੋਇਆ? ਸਤ ਸੰਗਤ ਰੂਪੀ ਸਹੇਲੀਆਂ ਮਿਲ ਕਰਕੇ ਗੀਤ ਗੋਵਿੰਦ ਅਲਾਏ, ਉਸ ਪਰਿਪੂਰਨ ਪਰਮਾਤਮਾ ਦੇ ਖੁਸ਼ੀ ਦੇ ਗੀਤ ਪਏ ਗਾਉਂਦੀਆਂ ਹਨ। ਮਿਲ ਸਈਆਂ ਮੰਗਲ ਗਾਵਈ, ਮੰਗਲ ਕਹਿੰਦੇ ਨੇ ਖੁਸ਼ੀ ਦੇ ਗੀਤ। ਬਿਲਾਵਲ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਦਾ ਖਾਸ ਤੌਰ ਤੇ ਵਿਸਥਾਰ ਦੇ ਨਾਲ ਜ਼ਿਕਰ ਕੀਤਾ। ਮਿਲ ਸਈਆਂ ਮੰਗਲ ਗਾਵਈ, ਗੀਤ ਗੋਵਿੰਦ ਅਲਾਏ, ਉਸ ਪਰਿਪੂਰਨ ਪਰਮਾਤਮਾ ਜੀ ਦੇ ਗੀਤ, ਉਹਦੀ ਜਿਹੜੀ ਆਮਦ ਤੇ ਉਹਦੇ ਆਉਣ ਤੇ, ਉਹਨੂੰ ਜੀ ਆਇਆਂ ਕਹਿਣ ਤੇ, ਪਰਿਪੂਰਨ ਪਰਮਾਤਮਾ ਦੀ ਆਮਦ ਤੇ ਖੁਸ਼ੀ ਦੇ ਮੰਗਲਮਈ ਗੀਤ ਗਾਏ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਤੇ ਹੁਣ ਉਹਨਾਂ ਵਾਸਤੇ ਹਰ ਜਿਹਾ ਅਵਰ ਨਾ ਦਿਸਈ, ਕੋਈ ਉਹਨਾਂ ਨੂੰ ਹੋਰ ਉਹਦੇ ਵਰਗਾ ਕੋਈ ਹੋਰ ਦਿਖਾਈ ਦਿੰਦਾ ਹੀ ਨਹੀਂ। ਉਹ ਪਰਿਪੂਰਨ ਪਰਮਾਤਮਾ, ਕਿਉਂਕਿ ਉਸ ਇੱਕ ਦੇ ਉੱਪਰ ਉਹਨਾਂ ਦਾ ਅਕੀਦਾ ਬੱਝ ਗਿਆ, ਪਤਾ ਲੱਗ ਗਿਆ ਸੰਸਾਰ ਦੇ ਰਿਸ਼ਤਿਆਂ ਦਾ, ਕਿਉਂਕਿ ਉਹਨਾਂ ਦਾ ਜੋੜ ਉਸ ਪਰਿਪੂਰਨ ਪਰਮਾਤਮਾ ਨਾਲ ਪਿਆ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਲਵੈ ਨਾ ਲਾਏ ਤੋਂ ਭਾਵ ਕਿ ਹੋਰ ਸੰਸਾਰੀ ਨੂੰ ਉਹਨਾਂ ਨੇ ਉਹ ਥਾਂ ਨਹੀਂ ਦਿੱਤੀ ਜਿਹੜੀ ਥਾਂ ਪਰਿਪੂਰਨ ਪਰਮਾਤਮਾ ਜੀ ਨੂੰ ਬਖਸ਼ਿਸ਼ ਕੀਤੀ ਹੈ। ਇਹ ਜਿਹੜੀ ਸਾਧ ਸੰਗਤ ਜੀ ਉਹ ਬਖਸ਼ਿਸ਼ ਹੋਈ ਹੈ। ਇਉਂ ਕਹਿ ਲਈਏ 11 ਮਹੀਨੇ ਪਹਿਲਾਂ ਜਿਹੜੀ ਬੇਨਤੀ ਕੀਤੀ ਸੀ ਫੱਗਣ ਦੇ ਮਹੀਨੇ ਵਿੱਚ, ਉਹ ਬੇਨਤੀ ਪੂਰੀ ਹੋਈ ਹੈ। ਜਿਹੜਾ ਬੀਜ ਪਹਿਲਾਂ 11 ਮਹੀਨੇ ਪਹਿਲਾਂ ਬੀਜਿਆ, ਅੱਜ ਉਹ ਪੱਕ ਕੇ ਤਿਆਰ ਹੋਇਆ, ਫਸਲ ਤਿਆਰ ਹੋਈ, ਅੱਜ ਉਹ ਫਸਲ ਵੱਢੀ ਗਈ। ਕਿਉਂਕਿ ਜਿਹੜੀਆਂ ਬੇਨਤੀਆਂ ਪ੍ਰਥਮ ਮਹਾਰਾਜ ਜੀਆਂ ਨੇ ਪਹਿਲਾਂ ਕੀਤੀਆਂ, ਹਰ ਜੇਠ ਜੁੜੰਦਾ ਲੋੜੀਆ, ਜਿਸ ਅੱਗਾ ਸਭ ਨਿਵਨ, ਹਰ ਸੱਜਣ ਦਾਵਨ ਲੱਗਿਆ, ਕਿਸੈ ਨਾ ਦੇਈ ਬਨ, ਮਾਣਕ ਮੋਤੀ ਨਾਮ ਪ੍ਰਭੂ ਨੂੰ ਲੱਗਾ ਨਾਹੀ ਸਨ। ਜਿਹੜੀਆਂ ਇਹ ਬੇਨਤੀਆਂ ਪ੍ਰਥਮ ਮਹੀਨਿਆਂ ਵਿੱਚ ਕੀਤੀਆਂ, ਪੋਖ ਤੁਖਾਰ ਪੜਾ ਵਣ ਤ੍ਰਿਣ ਰਸ ਸੋਖੇ, ਆਵਤ ਕੀ ਨਾਹੀ ਮਨ ਤਨ ਵਸੈ ਮੁਖੇ। ਜਿਹੜੀਆਂ ਇਹ ਬੇਨਤੀਆਂ ਕੀਤੀਆਂ, ਬੇਨਤੀਆਂ ਕਰਦਿਆਂ ਮਾਲਕ ਜੀਆਂ ਨੇ ਥਾਂ ਦਿੱਤੀ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ। ਉਹ ਹੁਣ ਹੋਰ ਕਿਸੇ ਨੂੰ ਪਰਿਪੂਰਨ ਪਰਮਾਤਮਾ ਤੋਂ ਬਿਨਾ ਉਹਨਾਂ ਜੀਵ ਰੂਪੀ ਇਸਤਰੀਆਂ ਨੇ ਥਾਂ ਨਹੀਂ ਦਿੱਤੀ। ਹਾਲਤ ਪਲਤ ਸਵਾਰਿਓ ਨਾ, ਨਿਹਚਲ ਦਿੱਤੀਨ ਜਾਏ। ਹੁਣ ਮਾਲਕ ਜੀਆਂ ਨੇ ਉਹਨਾਂ ਦਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਾਲਕ ਜੀਆਂ ਨੇ ਉਹਨਾਂ ਦਾ ਹਲਤ ਵੀ ਸਵਾਰ ਦਿੱਤਾ, ਪਲਤ ਵੀ ਮਾਲਕ ਜੀਆਂ ਨੇ ਸਵਾਰ ਦਿੱਤਾ, ਇਹ ਲੋਕ ਵੀ ਸਵਾਰ ਦਿੱਤਾ, ਤਥਾ ਪਰਲੋਕ ਵੀ ਮਾਲਕ ਜੀ ਨੇ ਸਵਾਰ ਦਿੱਤਾ। ਹਲਤ ਪਲਤ ਸਵਾਰਿਓਣ, ਨਿਸ਼ਚਲ ਦਿੱਤੀਆਂ ਨ ਜਾਏ। ਉਸ ਪਰਿਪੂਰਨ ਪਰਮਾਤਮਾ ਜੀ ਨੇ ਰਹਿਮਤ ਕੀਤੀ। ਸੰਸਾਰ ਸਾਗਰ ਤੇ ਰੱਖਿਆ ਨਾ, ਬਹੁੜ ਨਾ ਜਨਮੈ ਧਾਏ। ਭਾਈ ਸੰਸਾਰ ਸਾਗਰ ਤੇ ਉਹਨਾਂ ਨੂੰ ਮਾਲਕ ਜੀ ਨੇ ਸੰਸਾਰ ਰੂਪੀ ਇਸ ਸਾਗਰ ਤੇ ਰੱਖਿਆ ਨ ਰੱਖ ਲਿਆ। ਬੌੜ ਨਾ ਜਨਮੈ ਧਾਏ, ਉਹ ਦੁਬਾਰਾ ਇਸ ਸੰਸਾਰ ਦੇ ਅੰਦਰ, ਜਿਵੇਂ ਬਾਬਾ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਬਹੁਰ ਹਮ ਕਾਹੇ ਆਵਾਂਗੇ। ਹੇ ਭਾਈ ਹੁਣ ਦੁਬਾਰਾ ਕਿਉਂ ਆਵਾਂਗੇ? ਕਿਉਂ?
ਕਿਉਂਕਿ ਉਸ ਇੱਕ ਦੇ ਨਾਲ ਪਰਮ ਜੋਤ ਵਿੱਚ ਜੋਤ ਹੁਣ ਮਿਲ ਗਈ। ਹਲਤ ਪਲਤ ਸਵਾਰਿਆਂ ਨਿਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨਾ ਜਨਮੈ ਧਾਏ। ਉਹ ਦੁਬਾਰਾ ਜਨਮ ਤਥਾ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ। ਇਹ ਮੇਰੇ ਮਾਲਕ ਜੀ, ਆਪ ਜੀਆਂ ਦੇ ਅੰਦਰ ਬੇਅੰਤ ਗੁਣ ਹਨ। ਸਾਡੇ ਕੋਲ ਜਿਹਵਾ ਇੱਕ ਹੈ, ਜਿਹਵਾ ਏਕ ਅਨੇਕ ਗੁਣ। ਮਾਲਕ ਜੀ, ਆਪ ਜੀਆਂ ਦੇ ਅਨੇਕਾਂ ਗੁਣ ਹਨ। ਇੱਕ ਦੂਜੀ ਪਉ ਲੱਖ ਹੋਹੈ, ਲੱਖ ਹੋਵੈ ਲੱਖ 20, ਲੱਖ ਲੱਖ ਕਿਹੜਾ ਆਖੀਐ, ਏਕ ਨਾਮ ਜਗਦੀਸ਼। ਇਹ ਮੇਰੇ ਮਾਲਕ ਜੀ, ਕਿਹੜਾ ਕਿਹੜਾ ਗੁਣ ਬਿਆਨ ਅਸੀਂ ਕਰ ਸਕਦੇ ਹਾਂ। ਤਰੇ ਨਾਨਕ ਚਰਨੀ ਪਾਏ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਉਹ ਤਰ ਗਏ ਜਿਹੜੇ ਆਪ ਜੀਆਂ ਦੇ ਸੰਗ ਜੁੜੇ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਭਾਈ ਫੱਗਣ ਦੇ ਮਹੀਨੇ ਵਿੱਚ ਸਲਾਹੀਏ ਉਸ ਵੱਡੇ ਨੂੰ, ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ। ਉਸ ਪਰਿਪੂਰਨ ਪਰਮਾਤਮਾ ਨੂੰ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ, ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਹੇ ਭਾਈ, ਜਿਨ੍ਹਾਂ ਜਿਨ੍ਹਾਂ ਨੇ ਭਾਈ ਉਸ ਪਰਿਪੂਰਨ ਪਰਮਾਤਮਾ ਜੀ ਨੂੰ ਸਿਮਰਿਆ ਹੈ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਮਾਲਕ ਜੀਆਂ ਨੇ ਕਾਰਜ ਰਾਸ ਕਰ ਦਿੱਤੇ ਹਨ। ਜਿਨ੍ਹਾਂ ਜਿਨ੍ਹਾਂ ਨੇ ਭਾਈ ਉਸ ਪਰਿਪੂਰਨ ਪਰਮਾਤਮਾ ਜੀ ਨੂੰ ਸਿਮਰਿਆ ਹੈ। ਹਰ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਭਾਈ ਉਹ ਦਰਗਾਹ ਦੇ ਅੰਦਰ ਸੱਚੇ ਖਰੇ ਹੋ ਗਏ। ਕਿਹਨਾਂ ਨੇ? ਹਰ ਗੁਰ ਪੂਰਾ ਆਰਾਧਿਆ, ਪਰਿਪੂਰਨ ਪਰਮਾਤਮਾ ਨੂੰ ਜਿਨ੍ਹਾਂ ਨੇ ਭਾਈ ਆਰਾਧਿਆ ਹੈ। ਸਰਬ ਸੁਖਾ ਨਿਧ ਚਰਨ ਹਰ, ਭਉ ਜਲ ਬਿਖਮ ਤਰੇ। ਸਾਰੇ ਸੁਖਾਂ ਦਾ ਖਜ਼ਾਨਾ ਚਰਨ ਹਰ ਪਰਿਪੂਰਨ ਪਰਮਾਤਮਾ ਜੀ ਦੇ ਮੁਬਾਰਕ ਚਰਨ। ਸਰਬ ਸੁਖਾਂ ਨਿਧ ਚਰਨ ਹਰ, ਇਸ ਵਿਖੜੇ ਭਵ ਸਾਗਰ ਤੋਂ ਭਉ ਜਲ ਬਿਖਮ ਤਰੇ। ਭਾਈ ਉਹ ਤਰ ਗਏ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਭਾਈ ਉਹ ਵਿਖਿਆ ਵਿੱਚ, ਉਹ ਜ਼ਹਿਰ ਵਿੱਚ ਨਾਹੀ ਜਰੇ, ਉਹ ਨਹੀਂ ਸੜੇ। ਕਿਹਨਾਂ ਨੇ ਭਾਈ? ਪ੍ਰੇਮ ਭਗਤ ਤਿਨ ਪਾਈਆ, ਜਿਹੜੇ ਉਸ ਪਰਿਪੂਰਨ ਪਰਮਾਤਮਾ ਜੀ ਦੇ ਪ੍ਰੇਮ ਵਿੱਚ, ਭਾਵ ਉਸ ਪਰਿਪੂਰਨ ਪਰਮਾਤਮਾ ਜੀ ਦੇ ਪ੍ਰੇਮ ਦੇ ਅੰਦਰ ਸਾਧ ਸੰਗਤ ਜੀਓ ਜਿਹੜੇ ਜੁੜੇ ਹਨ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਕੂੜ ਚਲਾ ਗਿਆ, ਦੁਬਦਾ ਨਸ ਗਈ, ਪੂਰਨ ਸੱਚ ਭਰੇ। ਆਰੰਭ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਪੌੜੀ ਦੀ 14ਵੀਂ ਪੌੜੀ ਦੀ ਇੱਥੋਂ ਕੀਤੀ ਕਿ ਜਿਨ ਜਿਨ ਨਾਮ ਧਿਆਇਆ। ਸਤਿਗੁਰੂ ਜੀ ਫਿਰ ਉਹਨਾਂ ਦਾ ਜੀਵਨ ਪੈ ਦੱਸ ਰਹੇ ਹਨ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤ ਕੀਤੀ। ਭਾਈ ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਉਹ ਸੱਚ ਦੇ ਨਾਲ ਭਰੇ ਲਬਰੇਜ਼ ਹੋ ਗਏ। ਉਸ ਪਰਿਪੂਰਨ ਪਰਮਾਤਮਾ ਜੀ ਦੇ ਸੱਚੇ ਨਾਮ ਨਾਲ ਉਹ ਭਰੇ ਗਏ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਪਰਿਪੂਰਨ ਪਰਮਾਤਮਾ ਜੀ ਨੂੰ ਸਿਮਰਿਆ, ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ, ਹਿਰਦੇ ਰੂਪੀ ਮਨ ਦੇ ਅੰਦਰ ਏਕ ਧਰੇ। ਉਸ ਪਰਿਪੂਰਨ ਪਰਮਾਤਮਾ ਜੀ ਨੂੰ ਇੱਕ ਨੂੰ ਉਹਨਾਂ ਨੇ ਸਲਾਹਿਆ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਹੇ ਭਾਈ, ਉਹ ਮਹੀਨਾ, ਉਹ ਦਿਨ, ਉਹ ਮੂਰਤ ਸਾਰੇ ਹੀ ਭਲੇ ਹਨ। ਮਹਾਰਾਜ ਕਿਹੜੇ?
ਜਿਸ ਕੋ ਨਦਰ ਕਰੇ। ਜਿਹੜੇ ਵੇਲੇ ਵੀ ਉਹ ਚਿੱਤ ਆ ਜਾਏ, ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਰਹਿਮਤ ਪਾਵਨ ਪਵਿੱਤਰ ਬਾਣੀ ਵਿੱਚ ਕੀਤੀ। ਮਹਾਰਾਜ ਕਿਹੜਾ ਮਹੀਨਾ ਸਫਲਾ ਹੈ, ਕਿਹੜੀ ਘੜੀ ਸਫਲੀ ਹੈ, ਕਿਹੜੀ ਐਸੀ ਸੁਲੱਖਣੀ ਘੜੀ ਹੈ। ਤੇ ਮਹਾਰਾਜ ਕਹਿੰਦੇ ਪਾਵਨ ਬਾਣੀ ਵਿੱਚ ਉੱਤਰ ਵੀ ਆਪ ਹੀ ਬਖਸ਼ਿਸ਼ ਕੀਤਾ। ਕਹਿੰਦੇ ਉਹ ਘੜੀ ਸੁਲੱਖਣੀ ਜਿਹੜੀ ਘੜੀ ਮਾਲਕ ਜੀ ਮੈਂ ਆਪ ਜੀ ਦੇ ਦੁਆਰੇ ਤੇ ਆਇਆ ਹਾਂ। ਉਹ ਸਮਾਂ ਸਫਲਾ ਹੈ ਜਿਹੜਾ ਸਮਾਂ ਮੈਂ ਆਪ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਤੇ ਪਹੁੰਚਿਆ ਹਾਂ, ਉਹ ਘੜੀ ਸਫਲੀ ਹੈ। ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਜਿਨ੍ਹਾਂ ਦੇ ਉੱਪਰ ਮਾਲਕ ਜੀ ਆਪ ਨਦਰੇ ਅਨਾਇਤ ਕਰ ਦੇਣ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਦਾਸ ਨਾਨਕ ਦੀ ਮੰਗ ਇੱਕੋ ਹੈ ਮੇਰੇ ਮਾਲਕ ਜੀ। ਕਿਹੜੀ ਮੰਗ? ਨਾਨਕ ਮੰਗੈ ਦਰਸ ਦਾਨ, ਆਪ ਜੀਆਂ ਦੇ ਦਰਸ਼ਨਾਂ ਦਾ ਦਾਨ। ਕਿਰਪਾ ਕਰੋ ਹਰੇ, ਹੇ ਮੇਰੇ ਮਾਲਕ ਜੀ ਆਪ ਰਹਿਮਤ ਕਰੋ, ਕਿਰਪਾਲਤਾ ਕਰੋ। ਦਾਸ ਨਾਨਕ ਦੀ ਜਿਹੜੀ ਇਹ ਮੰਗ ਹੈ, ਮਾਲਕ ਸੱਚੇ ਪਾਤਸ਼ਾਹ ਤੁਸੀਂ ਇਹ ਮੰਗ ਮੇਰੀ ਪੂਰੀ ਕਰ ਦਿਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਰਹਿਮਤਾਂ ਕੀਤੀਆਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਰਹਿਮਤ ਕੀਤੀ ਹੈ। ਸੋ ਸਾਧ ਸੰਗਤ ਜੀਓ, ਸ਼ਬਦ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਵਾਹਿਗੁਰੂ। ਮਹਾਦਿਵਸ ਮੂਰਤ ਭਲੇ, ਮਹਾਦਿਵਸ ਮੂਰਤ ਭਲੇ, ਮਹਾਦਿਵਸ ਮੂਰਤ ਭਲੇ, ਮਹਾਦਿਵਸ ਮੂਰਤ ਭਲੇ। ਜਿਸ ਕੋ ਨਦਰ ਕਰੇ, ਜਿਸ ਕੋ ਨਦਰ ਕਰੇ, ਜਿਸ ਕੋ ਨਦਰ ਕਰੇ, ਜਿਸ ਕੋ ਨਦਰ ਕਰੇ। ਨਾਨਕ ਮੰਗਾ ਦਰਸ ਦਾਨ, ਨਾਨਕ ਮੰਗਾ ਦਰਸ ਦਾਨ, ਨਾਨਕ ਮੰਗੈ ਦਰਸ ਦਾਨ, ਨਾਨਕ ਮੰਗੈ ਦਰਸ ਦਾਨ। ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ। ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।